ਰਜਵਾੜਾ ਹੀ ਹੁੰਦਾ ਪਿਆ ਵਾ, ਹੋਰ ਹੁੰਦਾ ਕੀ ਪਿਆ ਵਾ। ਕਹਿਣਾ ਕੀ ਹੈ ਮਹਾਰਾਜ, ਸ਼ਰੀਆਂ में मौत आ। ना तो कोई हेरिटेज की कोई शक्ल आ ना कोई नक्शा इत्थे। शहर की सबसे मशहूर और सबसे अधिक व्यस्त रहने वाली बाजार डब्बी बाजार के बीच इस समय हम खड़े हैं और कैमरे की नज़र से आप ये जो पोल देख पा रहे हैं, जो कि बहुत पहले बिजली विभाग इन लोहे के पोल का प्रयोग करता था कि इस पर अपने ये जो इनके जंपर होते थे, जो इनके चैनल होते थे, ये वो लगाते होते थे। बहुत ये पुरानी बातें हैं और उस समय का ये पोल लगा हुआ है और इसकी नीचे जो लोहे की जड़ें हैं वो समय के साथ गलती गई और गलने के बाद विभाग ने इसकी टेम्परेरी व्यवस्था तो कर दी है, छोटे छोटे पोल सपोर्ट साथ में दे करके नट बोल्ट कस दिए हैं, परंतु उसके अंदर भी जो चीजें खोखली होती जा रही हैं उस पर गंभीरता से ध्यान नहीं दे पाए। शायद ये भी किसी बड़ी दुर्घटना का इंतजार कर रहे हैं। अगर दोनों तरफ आप देखें, और मैं अपने कैमरामैन सहयोगी से निवेदन करूंगा कि इसको नीचे से लेकर आप एक बार ऊपर तक जरूर दिखा दें ताकि शायद बिजली विभाग की आंखें खुल सके और वो इस बड़ी दुर्घटना के छोटे से निमंत्रण, ये निमंत्रण है सर, ये इनविटेशन है दुर्घटना को, ये इनविटेशन है एक्सीडेंट को, कि जब इस पोल के नीचे से सब कुछ गल जाएगा आने वाले महीने, 2 महीने, 3 महीने में, तब ये जैसे तारों के सहित जब गिरेगा, ये जितनी तेज से आंधी और तूफान आजकल चल रहे हैं, बारिश, तो यह बहुत बड़ा सवाल है। खंबा ना डिगे टोचन लगे हुआ, ये टोचन लगे हुआ। एमसी साहब ਤੁਹਾਨੂੰ ਲੱਗਦਾ ਜਿਹੜਾ ਟੋਚਨ ਇਹ ਕਾਮਯਾਬ ਹੈ? ਇਹ ਟੋਚਨ ਕਿੱਥੋਂ ਕਾਮਯਾਬ ਆ? ਇਹ ਤਾਂ ਪਤਾ ਹੀ, ਇਹ ਤਾਂ ਰੱਬ ਦੀ ਦਇਆ ਨਾਲ ਟੋਚਨ ਲੱਗਾ ਦਾ ਵਾ, ਪਤਾ ਨਹੀਂ ਕਦੋਂ ਡਿੱਗ ਜੇ ਨਾ ਥੱਲੇ ਸਾਰਾ ਗਲਿਆ ਪਿਆ ਵਾ। ਮੰਨਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ, ਰਜਵਾੜਾ ਹੀ ਹੁੰਦਾ ਪਿਆ ਵਾ, ਹੋਰ ਹੁੰਦਾ ਕੀ ਪਿਆ ਵਾ। ਇਹਨਾਂ ਨੂੰ ਕੀ ਮਤਲਬ ਆ? ਇਹਨਾਂ ਨੂੰ ਟੈਕਸ ਨਾਲ ਮਤਲਬ ਆ, ਸਰਕਾਰੀ ਟੈਕਸ, ਹਾਊਸ ਟੈਕਸ, ਸਾਨੂੰ ਇਹ ਟੈਕਸ ਦੇ ਦਿਓ, ਇਹਦਾ ਬਿੱਲ ਦੇ ਦਿਓ, ਉਹਦਾ ਬਿੱਲ ਦੇ ਦਿਓ। ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਸੱਚਾਈ ਦੀ ਗੱਲ ਆ। ਬਿਜਲੀ ਵਿਭਾਗ ਨੂੰ ਇਹਦੀ ਕੰਪਲੇਂਟ ਕੀਤੀ ਗਈ, ਕੋਈ ਮੰਗ ਕੀਤੀ ਗਈ, ਜਾਂ ਫਿਰ ਜਦੋਂ ਇਹ ਡਿਵੈਲਪਮੈਂਟ ਵਾਸਤੇ ਇਹ ਰੱਖਿਆ ਗਿਆ ਕਿ ਜਦੋਂ ਡਿਵੈਲਪਮੈਂਟ ਚਾਲੂ ਹੋਵੇਗਾ? ਦੇਖੋ ਜੀ, ਹਿੰਦੁਸਤਾਨ ਦੀ ਪਬਲਿਕ ਉਦੋਂ ਕੰਪਲੇਂਟ ਕਰਦੀ ਆ ਜਦੋਂ ਕੋਈ ਹਾਦਸਾ ਹੋ ਜਾਂਦਾ। ਇਹ ਗਲਤੀ ਪਬਲਿਕ ਦੀ ਵੀ ਆ, ਪਹਿਲਾਂ ਬੋਲਣਾ ਚਾਹੀਦਾ ਵਾ। ਹਾਦਸਾ ਹੋਣ ਤੋਂ ਬਾਅਦ ਪਬਲਿਕ ਇਕੱਠੀ ਹੋ ਜਾਂਦੀ ਆ, ਤੁਸੀਂ ਪਹਿਲਾਂ ਬੋਲੋ। ਪਰ ਉਹਨਾਂ ਦੀ ਵੀ ਗਲਤੀ ਨਹੀਂ ਹੈ, ਜਦੋਂ ਪਹਿਲਾਂ ਬੋਲੂਗੇ ਵੀ ਸਰਕਾਰ ਤਾਂ ਵੀ ਨਹੀਂ ਸੁਣਦੀ। ਹੁਣ ਵਿਚਾਰੇ ਕਿੱਧਰ ਨੂੰ ਜਾਣ? ਨਾ ਮੈਂ ਹੁਣ ਪਬਲਿਕ ਨੂੰ ਕਹਿ ਸਕਦਾ ਵਾਂ ਤੇ ਨਾ ਸਰਕਾਰ ਨੂੰ। ਇਸ ਟਾਈਮ ਜਿਹੜੇ ਤੁਸੀਂ ਮੌਕੇ ਦੇ ਹਾਲਾਤ ਦੇਖ ਰਹੇ ਹੋ, ਇਸ ਹਾਲਾਤ ਨੂੰ ਦੇਖ ਕੇ ਤੁਸੀਂ ਕੀ ਕਹੋਗੇ? ਕਹਿਣਾ ਕੀ ਹੈ ਮਹਾਰਾਜ, ਸ਼ਰੀਆਂ में मौत ਆ। ਤੁਸੀਂ ਇਹ ਦਿਖਾਇਆ, ਮੈਂ ਤੁਹਾਨੂੰ ਪਤਾ ਨਹੀਂ ਸ਼ਾਇਦ ਇੱਕ ਨੀਚ ਜਿਹਾ ਦਿਖਾ ਦਵਾਂ, ਤੁਹਾਡੇ ਵਾਰ ਦਿਖਾਣਾ ਪਿਆ ਵਾ। ਏਦਾਂ ਦੇ ਪੁਆਇੰਟ ਹੈਗੇ ਆ ਜਿੱਥੇ ਪਤਾ ਨਹੀਂ ਕਦੋਂ ਬੰਦੇ ਨੇ ਭੁਗਤ ਜਾਣਾ ਵਾ, ਕਦੋਂ ਬੰਦੇ ਦੀ। ਸੋ ਵੱਡੀ ਗੱਲ, ਬੰਦਾ ਕਦੋਂ ਭੁਗਤ ਜਾਵੇ ਕੋਈ ਪਤਾ ਨਹੀਂ, ਕਿਉਂਕਿ ਲਾਪਰਵਾਹੀ ਵੱਡੇ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਡਿਪਾਰਟਮੈਂਟਾਂ ਦੇ ਵਿੱਚ ਲੋਕਾਂ ਦੀ ਜਾਂ ਕਾਮਗਾਰਾਂ ਦੀ ਕੋਈ ਘਾਟ ਨਹੀਂ ਹੈ। ਸਰਕਾਰ ਰੋਜ਼ ਨਵੇਂ ਵਾਅਦੇ ਕਰਦੀ ਹੈ ਕਿ ਰੋਜ਼ ਹਜ਼ਾਰਾਂ ਦੀ ਤਾਦਾਦ 'ਚ ਨੌਜਵਾਨ ਭਰਤੀ ਕੀਤੇ ਜਾ ਰਹੇ ਨੇ ਤੇ ਪੱਕੇ ਕੀਤੇ ਜਾ ਰਹੇ ਨੇ, ਪਰ ਜ਼ਮੀਨੀ ਹਕੀਕਤ ਕੀ ਹੈ ਉਹ ਤੁਹਾਡੇ ਸਾਹਮਣੇ ਪ੍ਰਤੱਖ ਹੈ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਸਰ ਕੀ ਨਾਮ ਜੀ ਆਪਣਾ? मेरा रमन वर्मा। ਵਰਮਾ ਜੀ, ਕੀ ਡੱਬੀ ਬਾਜ਼ਾਰ ਦੇ ਜਿਹੜੇ ਹਾਲਾਤ ਆ, ਜਿਹੜਾ ਹੈਰੀਟੇਜ ਬਣਨਾ ਸੀਗਾ, ਕਿੰਨਾ ਕੁ ਹੈਰੀਟੇਜ ਬਣ ਗਿਆ ਤੇ ਕਿੰਨਾ ਕੁ ਹੈਰੀਟੇਜ ਬਾਕੀ? ਉਹ ਤਾਂ ਨਾਂ ਦਾ ਹੈਰੀਟੇਜ ਬਣਿਆ, ਤੱਕਰ ਤਾਂ ਅਰੋੜਾ ਸਾਹਿਬ ਆਏ ਸੀਗੇ, ਉਦਘਾਟਨ ਕਰਕੇ ਚੱਲ ਗਏ ਆ। ਨਾ ਤਾਂ ਕੋਈ ਹੈਰੀਟੇਜ ਦੀ ਕੋਈ ਸ਼ਕਲ ਆ, ਨਾ ਕੋਈ ਨਕਸ਼ਾ ਇੱਥੇ, ਨਾ ਕੋਈ ਸੜਕਾਂ ਦੇ ਹਾਲਾਤ ਆ। ਬਾਜ਼ਾਰ ਦੇਖੋ ਬੁਰਾ ਹਾਲ ਆ, ਨਾ ਸੜਕ। ਸਰਕਾਰ ਚੇਂਜ ਹੋ ਗਈ ਨਾ, ਨਹੀਂ ਤਾਂ ਹੁਣ ਤੱਕ ਤਾਂ ਬਣ ਜਾਣਾ ਇਹਦਾ। ਉਹ ਸਰਕਾਰਾਂ ਨੂੰ ਕਰਨਾ, ਜਿਹੜੀ ਚੀਜ਼ ਇੱਕ ਵਾਰੀ ਤੁਸੀਂ ਰੇਵਣ ਕੱਟਦਾ ਤੇ ਇਹਦਾ ਮਤਲਬ ਉਹਨੂੰ ਚੀਜ਼ ਨੂੰ ਬਣਨਾ ਚਾਹੀਦਾ ਵਾ। ਇਹਦਾ ਮਤਲਬ ਰੇਵਣ ਕੱਟ ਦਿਓ, ਚੀਜ਼ ਬਣੇ ਨਾ, ਲੋਕਾਂ ਨੂੰ ਪਰੇਸ਼ਾਨ ਕਰੋ, ਲੋਕਾਂ ਦਾ ਹੁੰਦਾ ਵਾ। ਉਦਾਂ ਦੇਖਿਆ ਜਾਵੇ ਇੱਥੇ ਐਮਸੀ ਸਾਹਿਬ ਆਪ ਵੀ ਮੈਦਾਨ 'ਚ ਆ ਗਏ ਨੇ ਤੇ ਇਹਨਾਂ ਦੇ ਵਾਰਡ ਦੇ ਲੋਕ ਵੀ ਮੈਦਾਨ 'ਚ ਨੇ। ਐਮਸੀ ਸਾਹਿਬ, ਸਿੱਧੇ ਸਵਾਲ ਤੁਹਾਡੇ ਨਾਲ, ਤਿੱਖੇ ਸਵਾਲ ਕੀਤੇ ਗਏ ਆ ਕਿ ਜਦ ਰੀਵਨ ਕੱਟ ਦਿੱਤਾ ਗਿਆ ਤਾਂ ਕੰਮ ਹੋਣਾ ਚਾਹੀਦਾ, ਕੀ ਕਹਿਣਾ ਤੁਹਾਡਾ? ਮੁੱਦਾ ਤਾਂ ਇਹੀ ਗੱਲ ਆ ਨਾ ਕਿ ਪਹਿਲੀ ਸਰਕਾਰ ਹੁੰਦੀ ਆ, ਉਹ ਕਹਿੰਦੀ ਆ ਕੰਮ ਓਕੇ ਹੋ ਜਾਂਦੇ ਆ, ਰੱਬ ਨਾ ਕਰੇ ਸਰਕਾਰ ਚੇਂਜ ਹੋ ਜਾਂਦੀ ਹੈ, ਪਰ ਉਹਨਾਂ ਨੂੰ ਉਹ ਪੁਰਾਣੇ ਕੰਮ ਬੰਦ ਤਾਂ ਨਹੀਂ ਕਰਨੇ ਚਾਹੀਦੇ। ਤੁਸੀਂ ਉਹਨਾਂ ਦੀਆਂ ਗਰੰਟਾਂ ਵਾਪਸ ਮੋੜ ਦਿੰਦੇ ਆ। ਸਰ ਖੁਸ਼ ਹੋ ਐਮਸੀ ਸਾਹਿਬ ਦੇ ਜਵਾਬ ਤੋਂ? ਸਰ ਇੱਕ ਮਿੰਟ, ਸਰ ਐਮਸੀ ਸਾਹਿਬ ਦੇ ਜਵਾਬ ਤੋਂ ਖੁਸ਼ ਹੋ? ਤੁਹਾਡੇ ਸਾਹਮਣੇ ਐਮਸੀ ਸਾਹਿਬ ਨੇ ਕਿਹਾ ਕਿ ਗਰੰਟਾਂ ਮੁੜ ਜਾਂਦੀਆਂ ਨੇ। ਸਰਕਾਰ ਚੇਂਜ ਹੋਣ ਦੀ ਗੱਲ ਤਾਂ ਹੁੰਦੀ ਹੈ ਨਾ, ਸਰਕਾਰ ਤਾਂ ਹੁੰਦੀ 5 ਸਾਲ ਬਾਅਦ ਚੇਂਜ, ਇਹ ਥੋੜਾ ਕਿ ਮਹੀਨੇ ਬਾਅਦ ਚੇਂਜ ਹੋ ਜਾਂਦੀ ਹੈ। ਅੱਜ ਤੁਸੀਂ ਰੇਵਣ ਕੱਟਦੇ ਪਏ ਆ, ਕੱਲ ਕੋਈ ਸਰਕਾਰ ਚੇਂਜ ਹੋ ਗਈ, ਉਹ ਕਦੀ ਸਰਕਾਰ ਹੋਈ?
ਉਹਨਾਂ ਨੂੰ ਇਹੀ ਪਤਾ ਹੁੰਦਾ ਜਦੋਂ ਅਸੀਂ ਵੋਟਾਂ ਲੈਣੀਆਂ ਅਸੀਂ ਰੀਵਨ ਕੱਟਣ ਜਾਣਾ ਹੈ ਹੀ ਸੱਚਾਈ ਇਹੀ ਆ। ਉਹ ਤੇ ਰੀਵਨ ਕੱਟਾ 1 ਮਹੀਨਾ ਪਹਿਲਾਂ ਰੀਵਨ ਕੱਟਣਾ ਹੈ, ਅਸੀਂ ਵੋਟਾਂ ਲੈ ਲਈਆਂ, ਜੇ ਪਾਸ ਹੋ ਗਏ ਠੀਕ ਹੈ, ਨਹੀਂ ਹੋ ਤੇ ਚਲੋ ਹੈਰੀਟੇਜ ਖਤਮ ਆ। वर्मा जी बड़ी सवाल एमसी साहब सुनो, MC साहब कितनी की पावर ਸੁਣੋ ਮੇਰੀ ਗੱਲ, ਇਹ ਡੱਬੀ ਬਾਜ਼ਾਰ ਦੀ ਗ੍ਰਾਂਟ ਵਾਪਸ ਮੁੜ ਜਾਣੀ ਸੀਗੀ। ਇਹ ਮੇਅਰ ਸਾਹਿਬ ਨੂੰ ਕਹਿ ਕੇ, ਕਮਿਸ਼ਨਰ ਸਾਹਿਬ ਨੂੰ ਕਹਿ ਕੇ, ਤਿਵਾੜੀ ਸਾਹਿਬ ਨੂੰ ਮੈਂ ਰਕਾਈ। ਕਿਉਂ ਰਕਾਈ? ਇਹ ਵੀ ਗ੍ਰਾਂਟ ਗਈ ਸੀ ਵਾਪਸ, ਜਿੱਦਾਂ ਸ਼ੀਸ਼ ਮਹਿਲ ਦੀ, ਸ਼ੀਸ਼ ਮਹਿਲ ਦਾ ਰੈਨੋਵੇਸ਼ਨ ਹੋਣਾ ਸੀਗਾ ਨਾ, ਉਹਦੀ ਗ੍ਰਾਂਟ ਵਾਪਸ ਮੁੜ ਗਈ। ਹੁਣ ਸ਼ੀਸ਼ ਮਹਿਲ ਦਾ ਖੰਡਰ ਹੀ ਰਹਿ ਜਾਣਾ ਪਿਆ। ਜਿੱਦਾਂ ਸ਼ੀਸ਼ ਮਹਿਲ ਦੀ ਰੈਨੋਵੇਸ਼ਨ ਹੋਣੀ ਸੀਗੀ, ਇੰਨੀ ਦੂਰੋਂ ਦੂਰੋਂ ਪਾਰਟੀਆਂ ਇਹ ਚੰਡੀਗੜ੍ਹੋਂ ਦਿੱਲੀੋਂ ਰੈਨੋਵੇਸ਼ਨ ਕਰਨ ਲਈ, ਸਭ ਕੁਝ ਦੇਖਣ ਲਈ ਆਏ ਸੀਗੇ, ਉਹ ਵੀ ਮੁੜ ਗਈ। ਇਹ ਤਾਂ ਮੈਂ ਰੁਕਾ ਦੀ ਕਿਉਂ ਕਿ ਚੱਲ ਇਹ ਕਿਉਂ ਗ੍ਰਾਂਟ ਆਈ ਸੀਗੀ ਕਿ ਬਾਜ਼ਾਰ ਬਹੁਤ ਪਿੱਛੇ ਪੈ ਗਿਆ ਦਾ ਵਾ। ਔਰ ਏਸ਼ੀਆ ਦਾ, ਇੰਡੀਆ ਦਾ ਨਹੀਂ, ਏਸ਼ੀਆ ਦਾ ਨੰਬਰ 1 ਡੱਬੀ ਬਾਜ਼ਾਰ ਹੈ। ਇੱਥੋਂ ਹੀ ਹੈਂਡੀਕ੍ਰਾਫਟ ਦਾ ਕੰਮ, ਹੱਥ ਦਾ ਕੰਮ ਇੱਥੋਂ ਹੀ ਹੁੰਦਾ ਵਾ, ਪਰ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ। ਇਹ ਪੁਰਾਣੀ ਸਰਕਾਰ ਨੇ ਕਿਹਾ ਹੈਗਾ ਕਿ ਬਾਜ਼ਾਰ ਪਿੱਛੇ ਪੈ ਗਿਆ, ਇਹਨੂੰ ਹੈਰੀਟੇਜ ਬਣਾ ਦੇਵਾਂਗੇ ਤੇ ਲੋਕਾਂ ਨੂੰ ਪਤਾ ਲੱਗੂਗਾ। ਲੋਕਾਂ ਦੀ ਗਾਹਕੀ ਉਨੀ ਵਧੂਗੀ। ਸੋ ਐਮਸੀ ਸਾਹਿਬ ਨਾਲ ਦੇ ਨਾਲ ਤੁਹਾਡੇ ਵਾਰਡ ਵਾਸੀਆਂ ਨੂੰ ਬੋਲਣ ਦਾ ਮੌਕਾ ਮਿਲੇ। ਭਾਈ ਸਾਹਿਬ ਵਰਮਾ ਜੀ, ਤੁਹਾਡੀ ਗੱਲ ਸੀਗੀ ਕਿ ਛੱਤਾ ਬਾਜ਼ਾਰ ਜਿਹੜਾ ਹੈ ਹੈਰੀਟੇਜ ਬਾਜ਼ਾਰ ਬਣਨਾ ਚਾਹੀਦਾ, ਰੀਵਨ ਕੱਟ ਦਿੱਤਾ ਗਿਆ। ਐਮਸੀ ਸਾਹਿਬ ਨੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਹਿਤੀਆਂ, ਖੁਸ਼ ਹੋ, ਸੰਤੁਸ਼ਟ ਹੋ ਜਾਂ ਨਹੀਂ ਹੈ ਜੀ? ਨਹੀਂ ਆਈ ਕੋਈ ਕੁਛ ਨਹੀਂ ਹੈਗੇ, ਅਸੀਂ ਬਾਜ਼ਾਰ ਤੋਂ ਦੁਖੀ ਆ। ਜੇ ਹੈਰੀਟੇਜ ਬਣਾਉਣਾ ਤਾਂ ਪੂਰੀ ਤਰ੍ਹਾਂ ਪਹਿਲਾਂ ਪਰਮਿਸ਼ਨ ਲੈ ਕੇ ਫਿਰ ਉਹਨੂੰ ਰੀਵਨ ਕੱਟਣਾ ਚਾਹੀਦਾ। ਇਹ ਨਹੀਂ ਕਿ ਬਗੈਰ ਮਤਲਬ ਰੀਵਨ ਕੱਟ ਦਿਓ ਤੇ ਮੁੜ ਕੇ ਕਹੋ ਜੀ ਹੈਰੀਟੇਜ ਬਣ ਰਿਹਾ, ਮੁੜ ਕੇ ਕਹੋ ਸਰਕਾਰ ਚੇਂਜ ਹੋ ਗਈ। ਸਰਕਾਰ ਕਾਦੀ ਹੋਈ? ਦੋ ਵਾਰੀ ਉਦਘਾਟਨ ਹੋ ਗਿਆ, ਅਰੋੜਾ ਸਾਹਿਬ ਨੇ ਉਦਘਾਟਨ ਕੀਤਾ, ਉਦੋਂ ਬਣ ਜਾਣਾ ਆਏਗਾ, ਪਰ ਸਰਕਾਰ ਚੇਂਜ ਹੋ ਗਈ। ਫਿਰ ਆਪਣੇ ਜਿੰਪਾ ਸਾਹਿਬ ਨੇ ਉਦਘਾਟਨ ਕੀਤਾ, ਉਹ ਵੀ ਹਜੇ ਉਦਾਂ ਹੀ ਖੜਾ ਵਾ। ਬਾਜ਼ਾਰ ਵਾਸੀਆਂ ਇੱਕ ਮਿੰਟ ਪਲੀਜ਼, ਜਿਹੜਾ ਹੈਰੀਟੇਜ ਦਾ ਪੈਸਾ ਜੋ ਉਹਨਾਂ ਨੇ ਇਕੱਠਾ ਕੀਤਾ ਵਾ ਉਹ ਕਿੱਥੇ ਆ? ਪਾਸ ਤਾਂ ਹੀ ਹੁੰਦਾ ਜੇ ਪਿੱਛੋਂ ਤੁਹਾਨੂੰ ਪਰਮਿਸ਼ਨ ਹੁੰਦੀ ਆ। ਸੋ ਇੱਕ ਵੱਡੇ ਸਵਾਲ ਜਿਹੜੇ ਆ, ਤਿੱਖੇ ਸਵਾਲ ਜਿਹੜੇ ਆ, ਉਹ ਸਿੱਧੇ ਪੁੱਛੇ ਜਾ ਰਹੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਕਿ ਜਿਹੜਾ ਪੈਸਾ ਹੈ ਉਹ ਕਿੱਥੇ ਰੱਖਿਆ ਗਿਆ। ਬਾਜ਼ਾਰ ਦੇ ਵਿੱਚ ਹੋਰ ਵੀ ਦੁਕਾਨਦਾਰ ਹੈ, ਭਾਈ ਸਾਹਿਬ ਨਾਲ ਗੱਲ ਕਰ ਲਈਏ। ਆਪਾਂ ਤੁਹਾਡੇ ਨਾਲ ਚੱਲਦੇ ਹਾਂ, 2 ਮਿੰਟ ਕੱਟੋ, 2 ਮਿੰਟ ਤੁਹਾਡੇ ਨਾਲ ਹੀ ਚੱਲਦੇ। ਪ੍ਰਧਾਨ ਜੀ, ਬਾਜ਼ਾਰ ਹੈਰੀਟੇਜ ਬਣਨਾ ਸੀਗਾ, ਰੁਕ ਗਿਆ ਬੱਚੇ। ਕਿੰਨਾ ਦਾ ਕੰਮ ਹੋ ਗਿਆ ਤੇ ਕਿੰਨਾ ਕੰਮ ਰਹਿ? ਕੁਛ ਵੀ ਨਹੀਂ ਹੋਇਆ, ਸ਼ੁਰੂ ਵੀ ਨਹੀਂ ਹੋਇਆ, ਹਲੇ ਕੁਛ ਵੀ ਨਹੀਂ ਹੋਇਆ, 0% ਵੀ ਨਹੀਂ ਹੋਇਆ। ਕਦੀ ਕਹਿੰਦੇ ਬਗੇ ਐਸਟੀਮੇਟ ਹੋਣਾ, ਕਦੀ ਉਹ ਹੋਣਾ। ਜੇ ਕਰਨਾ ਤੇ ਇਹਨੂੰ ਪ੍ਰੋਪਰ ਤਰੀਕੇ ਨਾਲ ਕਰਨਾ, ਸਾਨੂੰ ਪੈਸੇ ਦੇਣਾ ਸੀ, ਆਪ ਕਰਾਣਾ ਹੈ। ਜੇ ਨਹੀਂ ਇਦਾਂ ਉਹ ਚੋਂ ਫੰਡ ਨਹੀਂ ਆਏ, ਉਹ ਚ ਨਹੀਂ ਆਏ, ਅਸੀਂ ਤਾਂ ਬਾਜ਼ਾਰ ਨੂੰ ਉਦਾਂ ਬਗੈਰ ਕੰਪਲੀਟ ਕੀਤੇ ਬਗੈਰ ਹੱਥ ਨਹੀਂ ਲਾਉਣ ਦੇਣਾ। ਸੜਕ ਪੱਟ ਦੇਣਾ, ਜਿੱਦਾਂ ਇੱਧਰ ਇੱਕ ਸੜਕ ਪੱਟੀ ਹੋਈ ਨੇ ਚਿਰ ਦੀ, ਉਹ ਨਹੀਂ ਕੰਪਲੀਟ ਹੋਈ। ਹਾਂ, ਉਹਨੂੰ ਸਾਲ 1.5 ਸਾਲ ਹੋ ਗਿਆ। ਹਾਂ, ਫਿਰ ਇੱਥੇ ਪਹਿਲਾਂ ਸੜਕ ਪੱਟ ਦੇਣ, ਫਿਰ ਬਾਅਦ ਚ ਕਹਿਣਾ ਸਾਨੂੰ ਠੇਕੇਦਾਰ ਕੋਈ ਪੈਸੇ ਨਹੀਂ ਆਏ। ਹੈ ਬਈ ਕਾਹਦਾ ਏਦਾਂ ਅਬ ਇੱਥੇ ਤਾਂ ਬੜਾ ਅੱਗੇ ਨਹੀਂ, ਇੱਥੇ ਵੜਦਾ ਕੋਈ ਤੇ ਮੱਕਾ ਤੇ ਬਾਕੀ ਬਾਅਦ ਚ ਹੁਣ ਸਰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਕੰਮ ਕੀਤਾ ਜਾਵੇ? ਕੰਮ ਕੀਤਾ ਜਾਵੇ, ਪਹਿਲਾਂ ਸਾਈਡਾਂ ਦਾ ਕੰਮ ਕਰਨ, ਬਾਅਦ ਦੇ ਵਿੱਚ ਜਿਹੜਾ ਮੱਕਾ ਤੇ ਸੜਕ ਦਾ ਕੰਮ ਕੀਤਾ ਜਾਵੇ। ਸਾਈਡਾਂ ਦਾ ਪਹਿਲਾਂ ਕਰਨ, ਸਾਈਡਾਂ ਤਾਂ ਹੋ ਸਕਦੀਆਂ ਨਾ, ਸਾਈਡਾਂ 'ਚ ਕੋਈ ਪ੍ਰੋਬਲਮ ਨਹੀਂ ਕੋਈ ਵੀ। ਸੜਕ ਪਹਿਲਾਂ ਪੱਟ ਦੇਣ ਤੇ ਸਾਈਡਾਂ ਕਰਨ, ਵਿੱਚ ਰਹਿ ਗਿਆ ਉਹ ਨਹੀਂ ਕੰਮ ਕਰਨਾ। ਇਹਨਾਂ ਨੂੰ ਏਦਾਂ ਹੀ ਖਰਾ, ਨਹੀਂ ਬਣਾਉਣਾ ਨਾ ਬਣਾਉਣ, ਲੇਕਿਨ ਮੈਂ ਕਹਿੰਦਾ ਕਿ ਸਾਡੀ ਮਰਜ਼ੀ ਦੇ ਬਗੈਰ ਨਹੀਂ ਬਗੇ ਬਣਨਾ ਚਾਹੀਦਾ। ਬਗੀ ਪਹਿਲਾਂ ਕਹਿੰਦੀ ਸੜਕ ਪੱਟਦੇ ਹੋਈਏ, ਬਾਜ਼ਾਰ ਦਾ ਕੰਮ ਚੱਲਦਾ ਰਹੇ, ਕੰਮ ਨਾ ਰੁਕੇ, ਵਪਾਰ ਤੇ ਅਸਰ ਨਾ ਪਵੇ। ਸਾਹਿਬ ਇੱਥੇ ਬਗੀ ਕਿ ਸੜਕ ਨਹੀਂ ਬਣ ਸਕੀ ਤੇ ਬਗੀ ਹੈਰੀਟੇਜ ਕਿੱਥੋਂ ਬਣ ਜਾਊਗਾ ਜਿੱਥੇ ਹੋਣਾ? ਸ਼ੀਸ਼ ਮਹਿਲ ਦਾ ਕੰਮ ਵੀ ਵਿੱਚ ਏਦਾਂ ਰੁਕਿਆ, ਉਹ ਕਿੰਨੇ 50,000 ਦਾ ਕੰਮ ਨਹੀਂ ਹੋਣਾ ਜਿਹੜਾ ਬਗੀ ਜਿਹੜਾ ਸੜਕ ਦਾ ਹੈਗਾ। ਇਹਦਾ ਬੰਦਾ ਉੱਥੇ ਲਾਲੇ ਪੈਸੇ ਆਪੇ ਇਕੱਠੇ ਕਰਕੇ बड़ा इंसाफ बना देना। सर, डब्बी बाजार का मामला बड़ा ही उफान पर है। जो दुकानदार हैं वो रो रहे हैं, वो कहते हैं गलियां तो आप लोगों ने उखाड़ दी है, कुछ गलियां ऐसी है कि उखाड़ के छोड़ दी गई और उस पर काम नहीं हो पा रहा है। कह दिया गया था कि हेरिटेज बना दिया जाएगा और वाकई हेरिटेज बना दिया गया है। पहले तो मैं सभी दुकानदार और जो शहरवासी वहाँ के रहने वाले हैं उनकी असुविधा के लिए हमें अत्यंत खेद है। कुछ चीज़ें होती हैं जब बनाते हैं तब पता लगता है कि यहाँ आने वाले समय में क्या दिक्कत हो सकती है। जब हेरिटेज बनाने की बात चली, उसका टेंडर हुआ, तब ये बिल्कुल ख्याल में नहीं था कि वो इनर एरिया है शहर का, वहाँ फायर की गाड़ी नहीं जा सकती। अब किसी भी शहरवासी की जान माल का वहाँ आग की वजह से नुकसान हो जाए, वो जब ख्याल आया तो हमने वो काम रोक के मंत्री जी ने आदेश दिए कि हमें पहले वहाँ फायर वाला सिस्टम क्रिएट करना है, कुछ भी हो जाए। तो लोगों की जान माल की रक्षा के लिए वो देरी हुई है। पहली बात, निगम की उसमें कोई गलती नहीं है, निगम की तरफ से कोई उपेक्षा नहीं है उस एरिया की।
इनर एरिया में वहाँ फायर की अब लाइन डालने का टेंडर हमने 4-5 बार प्रोसेस किया, किसी ने टेंडर नहीं डाला। अब वहाँ फायर की गाड़ी ना जाए उसके लिए भी फायर का इंतज़ाम हो, तो वो पाइपलाइन बिछाने का काम अब शुरू हो जाएगा और जल्द ही लोगों को वो जो हेरिटेज स्ट्रीट का वो जो नज़ारा है वो पूरा देखने को मिल जाएगा।